अस्सलाम वालेकुम जी। ਵੈਲਕਮ ਹੋ ਗਿਆ ਸਾਰੇ ਭਰਾਵਾਂ ਨੂੰ ਮੇਰੇ ਚੈਨਲ ਪਿੰਡੂ ਵਲੌਗ ਤੇ ਜਿੰਨੇ ਵੀ ਭਰਾ ਮੈਨੂੰ ਸਪੋਰਟ ਕਰਦੇ ਪਏ ਨੇ ਉਹਨਾਂ ਸਾਰਿਆਂ ਦਾ ਬੜਾ ਸ਼ੁਕਰੀਆ ਜੀ। ਅੱਛਾ ਜੀ, ਅੱਜ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਅੱਜ ਗੱਲ ਕਰਾਂਗੇ ਕਿ ਜਿਹੜੀ ਟੈਡੀ ਬੱਕਰੀ ਫਾਰਮਿੰਗ ਹੈ ਇਹ ਕਰਨ ਵਾਸਤੇ ਸਾਡੇ ਕੋਲ ਕੀ ਥੋੜ੍ਹੇ ਜਿਹੇ ਆਈਡੀਆ ਹੋਣੇ ਚਾਹੀਦੇ ਨੇ, ਸਾਨੂੰ ਕਿੰਨੀ ਕੁ ਬੱਚਤ ਮਿਲਦੀ ਹੈ। ਠੀਕ ਹੈ, ਤੇ ਸਭ ਤੋਂ ਪਹਿਲੇ ਨੰਬਰ ਤੇ ਜਨਾਬ ਬੱਕਰੀਆਂ ਤੇ ਅਸੀਂ ਰੱਖ ਲੈਂਦੇ ਹਾਂ, ਭਾਵੇਂ ਅਸੀਂ ਦੇਸੀ ਰੱਖੀਏ ਜਾਂ ਟੈਡੀ ਰੱਖੀਏ, ਲੇਕਿਨ ਸਾਡਾ ਤਰੀਕਾਕਾਰ ਜਿਹੜਾ ਗਲਤ ਹੁੰਦਾ ਹੈ ਫਿਰ ਐਂਡ ਤੇ ਸਾਨੂੰ ਕੀ ਵੇਖਣ ਨੂੰ ਮਿਲਦਾ ਹੈ ਜੀ, ਸਾਨੂੰ ਨੁਕਸਾਨ ਆ ਗਿਆ। ਬੱਕਰੀ ਫਾਰਮਿੰਗ ਜਿਹੜਾ ਹੈ ਇਹ ਸਹੀ ਨਹੀਂ ਹੈ। ਠੀਕ ਹੈ, ਇਹਦੇ ਵਿੱਚ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਕਿ ਅਸੀਂ ਨਹੀਂ ਕਰ ਸਕਦੇ, ਸਾਨੂੰ ਐਂਡ ਤੇ ਫਿਰ ਨੁਕਸਾਨ ਹੋ ਜਾਂਦਾ। ਮੈਂ ਤੁਹਾਨੂੰ ਦੱਸਾਂਗਾ ਕਿ ਟੈਡੀ ਬੱਕਰੀ ਫਾਰਮਿੰਗ ਅਸੀਂ ਕਰੀਏ ਔਰ ਸਾਡੇ ਕੋਲ ਕੀ ਆਈਡੀਆ ਹੋਣੇ ਚਾਹੀਦੇ ਨੇ। ਠੀਕ ਹੈ, ਪਹਿਲੇ ਨੰਬਰ 'ਤੇ ਸਾਡੀ ਜਿਹੜੀ ਟੈਡੀ ਬੱਕਰੀ ਫਾਰਮਿੰਗ ਹੈ ਨਾ, ਇਹ ਅਸੀਂ ਸ਼ੁਰੂ ਕਰ ਸਕਦੇ ਹਾਂ। ਮਿਸਾਲ ਦੇ ਤੌਰ 'ਤੇ ਸਾਡੇ ਕੋਲ 5 ਨੇ, 10 ਨੇ, 15 ਨੇ, 20 ਨੇ, ਉਹ ਸਾਡੀ ਆਪਣੀ ਇੱਕ ਕਪੈਸਿਟੀ ਹੈ। ਲੇਕਿਨ ਅਸੀਂ ਅਗਰ ਸ਼ੁਰੂ ਕਰੀਏ ਤਾਂ ਅਸੀਂ 2 ਤੋਂ ਵੀ ਕਰ ਸਕਦੇ ਹਾਂ, 1 ਤੋਂ ਵੀ ਕਰ ਸਕਦੇ ਹਾਂ। ਲੇਕਿਨ ਉਹਦੇ ਵਿੱਚ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਸਾਨੂੰ ਹਰ ਚੀਜ਼ ਦਾ ਪਤਾ ਹੋਣਾ ਚਾਹੀਦਾ। ਬੱਕਰੀਆਂ ਲੈਣੀਆਂ ਨੇ, ਟੈਡੀ ਲੈਣੀਆਂ, ਲੇਕਿਨ 1 ਲਵੋ ਭਾਵੇਂ 2 ਲਓ ਜਾਂ 4 ਲਓ, ਉਹ ਸੂਣ ਵਾਲੀਆਂ ਹੋਣ ਪੱਕੀਆਂ, 1 ਮਹੀਨੇ ਦੀ, 2 ਦੀ, 2.5 ਦੀ। ਠੀਕ ਹੈ, ਪੱਕੀ ਸੂਣ ਵਾਲੀ ਹੋਵੇ ਟੈਡੀ ਜਿਹੜੀ ਹੈ ਉਹ ਇੱਕ ਤਾਂ ਤੁਹਾਨੂੰ ਥੋੜ੍ਹੇ ਪੈਸਿਆਂ 'ਚ ਮਿਲ ਜੇਗੀ। ਠੀਕ ਹੈ, ਦੂਜੀ ਗੱਲ ਹੈ ਉਹਦਾ ਖਰਚਾ ਥੋੜ੍ਹਾ ਹੋਏਗਾ, ਉਹਦਾ ਫਿਰ ਜਿਹੜਾ ਅੱਗੋਂ ਉਹਦੇ ਬੱਚੇ ਨੇ ਉਹ ਵੀ ਤੁਹਾਨੂੰ ਅਗਰ ਅੱਛੀ ਉਹਦੀ ਮਿਹਨਤ ਕਰਦੇ ਹੋ, ਉਹਦੇ 'ਤੇ ਸਹੀ ਖਰਚਾ ਕਰਦੇ ਹੋ, ਸਹੀ ਦੇਖਭਾਲ ਕਰਦੇ, ਉਹਦੇ ਜਿਹੜੇ ਬੱਚੇ ਨੇ ਨਾ ਉਹ ਵੀ ਤਕਰੀਬਨ ਸਾਲ ਦਾ ਉਹਦਾ ਜਿਹੜਾ ਬੱਚਾ ਟੈਡੀ ਬੱਕਰੀ ਦਾ ਉਹ ਵੀ ਤਕਰੀਬਨ 60, 70, 80 ਹਜ਼ਾਰ ਦਾ ਵਿਕ ਜਾਂਦਾ ਜੀ। ਠੀਕ ਹੈ, ਜਿਵੇਂ ਹੁਣ ਰੇਟ ਗੋਸ਼ਤ ਦੇ ਹਿਸਾਬ ਨਾਲ ਜਿਹੜਾ ਟੈਡੀ ਹੁੰਦਾ ਉਹਦਾ ਗੋਸ਼ਤ ਜਿਹੜਾ ਭਰਵਾਂ ਹੁੰਦਾ, ਸੋਹਣਾ ਗੋਸ਼ਤ ਹੁੰਦਾ ਉਹਦਾ। ਠੀਕ ਹੈ, ਅਤੇ ਹੋਰ ਉਸ ਤੋਂ ਇਲਾਵਾ ਸਾਡੀ ਜਿਹੜੀ ਇਹ ਟੈਡੀ ਬੱਕਰੀਆਂ ਨੇ ਇਹਨਾਂ ਦਾ ਦੁੱਧ ਐਡਾ ਕੋਈ ਨਹੀਂ ਹੁੰਦਾ। ਇੱਕ ਹੁੰਦਾ ਨਾ ਵੀ ਅਸੀਂ ਦੁੱਧ ਵੇਚ ਕੇ ਜਾਂ ਇਸ ਤਰ੍ਹਾਂ ਕੋਈ ਇਨਕਮ ਲੈ ਸਕੀਏ, ਨਹੀਂ। ਟੈਡੀ ਬੱਕਰੀਆਂ ਦਾ ਦੁੱਧ ਪੂਰਾ ਸੂਰਾ ਹੁੰਦਾ, ਸਿਰਫ ਬੱਚੇ ਹੀ ਮਸਾਂ ਪਾਲਦੇ ਨੇ। ਠੀਕ ਹੈ, ਇਹਨਾਂ ਵਿੱਚ ਇਹ ਜ਼ਰਾ ਹੁੰਦਾ ਕਿ ਸਾਡੀ ਜਿਹੜੀ ਟੈਡੀ ਬੱਕਰੀ ਫਾਰਮਿੰਗ ਹੈ ਨਾ ਇਹ ਥੋੜ੍ਹੇ ਪੈਸਿਆਂ ਨਾਲ ਸ਼ੁਰੂ ਹੁੰਦੀ, ਛੋਟੀ ਇਨਵੈਸਟ ਹੈ, ਲੇਕਿਨ ਫਿਰ ਇਹਦਾ ਸਾਨੂੰ ਪ੍ਰੋਫਿਟ ਵੀ ਥੋੜ੍ਹਾ ਆਉਂਦਾ। ਠੀਕ ਹੈ, ਅਸੀਂ ਆਪਣੇ ਆ ਜਿਹੜੇ ਦਿਹਾਤੀ ਲੋਕ ਨੇ ਨਾ ਇਹ ਅਗਰ ਖਰਚੇ ਦੇ ਹਿਸਾਬ ਨਾਲ ਵੇਖੋ ਤਾਂ ਬੱਕਰੀਆਂ ਫਰੀ ਪਾਲਦੇ ਨੇ, ਕਿਉਂਕਿ ਇਹਨਾਂ ਦੇ ਪੱਠਿਆਂ ਪੁੱਠਿਆਂ ਦਾ ਕੋਈ ਖਰਚਾ ਨਹੀਂ ਹੁੰਦਾ, ਨਾ ਇਹ ਵੰਡਾ ਪਾਉਂਦੇ ਨੇ। ਇਹਨਾਂ ਨੇ ਚਰਾਈ ਕਰਨੀ ਹੈ, ਇਹ ਭਾਵੇਂ ਸਾਰਾ ਦਿਨ ਲੈ ਕੇ ਫਿਰਦੇ ਰਹਿਣ, ਇਹਨਾਂ ਦੀਆਂ ਬੱਕਰੀਆਂ ਵੀ ਮੋਟੀਆਂ ਤਾਜ਼ੀਆਂ ਹੋਣਗੀਆਂ, ਸਿਹਤਮੰਦ ਹੋਣਗੀਆਂ ਔਰ ਬੱਚੇ ਜਿਹੜੇ ਨੇ ਉਹ ਵੀ ਖੂਬਸੂਰਤ ਹੋਣਗੇ ਔਰ ਸਹੀ ਪਾਲ ਜਾਂਦੇ ਨੇ। ਜਿਹੜੇ ਸਾਡੇ ਭਰਾ ਸ਼ਹਿਰਾਂ 'ਚ ਰਹਿਣ ਵਾਲੇ ਨੇ ਉਹਨਾਂ ਦੀਆਂ ਜਿਹੜੀਆਂ ਬੱਕਰੀਆਂ ਨੇ ਉਹ ਇੱਕ ਤਾਂ ਵੱਝੀਆਂ ਰਹਿੰਦੀਆਂ ਨੇ। ਠੀਕ ਹੈ, ਔਰ ਫਿਰ ਉਹਨਾਂ ਨੂੰ ਜਿਹੜੀ ਖੁਰਾਕ ਜਿੰਨੀ ਵੀ ਪਾਉਂਦੇ ਨੇ ਉਹ ਤਕਰੀਬਨ ਉਹਨਾਂ ਨੂੰ ਮੁੱਲ ਪੈ ਜਾਂਦੀ। ਠੀਕ ਹੈ, ਉਹਨਾਂ ਦਾ ਜ਼ਰਾ ਖਰਚਾ ਜ਼ਿਆਦਾ ਹੋ ਜਾਂਦਾ। ਸਾਡੇ ਦਿਹਾਤੀ ਲੋਕ ਜਿਹੜੇ ਨੇ ਨਾ ਮੋਸਟਲੀ ਤੌਰ 'ਤੇ ਇਸ ਟਾਈਮ ਉਹ ਬੱਕਰੀ ਫਾਰਮਿੰਗ ਦੀ ਤਰਫ ਆ ਰਹੇ ਨੇ, ਭਾਵੇਂ ਉਹ ਟੈਡੀ ਹੈ ਜਾਂ ਦੇਸੀ ਹੈ। ਠੀਕ ਹੈ, ਜਿਹੜੇ ਨਵੇਂ ਮੇਰੇ ਭਰਾ ਨੇ ਉਹਨਾਂ ਤੋਂ ਮੈਂ ਇਹ ਮਸ਼ਵਰਾ ਦਿਆਂਗਾ ਕਿ ਤੁਸੀਂ ਟੈਡੀ ਬੱਕਰੀਆਂ ਜਿਹੜੀਆਂ ਨਾ ਪਿਓਰ ਟੈਡੀ ਨਹੀਂ, ਇੱਕ ਮੈਂ ਤੁਹਾਨੂੰ ਆਖਾਂ ਜੀ ਪਿਓਰ ਟੈਡੀ ਤੁਸੀਂ ਸ਼ੁਰੂ ਕਰੋ, ਨਹੀਂ ਮਤਲਬ ਕਿ ਟੈਡੀ ਅਤੇ ਦੇਸੀ ਦਾ ਰਲਾ ਮਿਲਾ ਹੋਵੇ, ਤੁਸੀਂ ਉਹ ਸ਼ੁਰੂ ਕਰੋ। ਇਨਸ਼ਾਅੱਲਾ ਤੁਹਾਨੂੰ ਅੱਛੀ ਪ੍ਰੋਫਿਟ ਆਏਗੀ। 2-3 ਸਾਲ ਦੇ ਵਿੱਚ ਤੁਹਾਨੂੰ ਪਤਾ ਚੱਲ ਜਾਏਗਾ। ਸਾਰੇ ਕੰਮਾਂ ਨਾਲੋਂ ਸਭ ਤੋਂ ਜ਼ਿਆਦਾ ਜਿਹੜਾ ਇਸ ਟਾਈਮ ਪ੍ਰੋਫਿਟੇਬਲ ਕੰਮ ਹੈ ਔਰ ਛੋਟੀ ਇਨਵੈਸਟ ਵਾਲਾ, ਥੋੜ੍ਹੇ ਪੈਸਿਆਂ ਵਾਲਾ, ਉਹ ਬੱਕਰੀਆਂ ਵਾਲਾ ਹੈ। ਠੀਕ ਹੈ, ਇਨਸ਼ਾਅੱਲਾ ਤੁਸੀਂ ਇਹ ਆਪਣਾ ਸ਼ੁਰੂ ਕਰੋ ਅਤੇ ਤੁਹਾਨੂੰ ਨੈਕਸਟ ਟਾਈਮ ਆਉਣ ਵਾਲੇ ਵਕਤ ਦੇ ਵਿੱਚ ਤੁਹਾਡੀ ਇੱਕ ਬਹੁਤ ਵੱਡੀ ਇਨਵੈਸਟ ਹੈ। ਠੀਕ ਹੈ ਜੀ, ਇਨਸ਼ਾਅੱਲਾ ਫਿਰ ਨਵੀਂ ਵੀਡੀਓ ਨਾਲ ਤੁਹਾਡੇ ਕੋਲ ਫਿਰ ਹਾਜ਼ਰ ਹੋਵਾਂਗਾ ਤੁਹਾਡੀ ਖਿਦਮਤ 'ਚ। ਇਨਸ਼ਾਅੱਲਾ ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।